लूट फिर पाछै पछताओगे, प्राण जाएंगे छूट फिर पाछै पछताओगे, प्राण जाएंगे छूट। सम्मानयोग गुरु जी की साजी हुई गुरु रूप साध संगत जी, गुरु महाराज दे सोहणे दरबार दीयां हाजरियां भरन दा ये सुभाग भरिया समा वाहिगुरु जी ने सानू बख्शिया है। ये गुरु नानक साहिब जी दा तरस है साडे उपर कि गुरु साहिब जी की संगत प्राप्त होनी ये उहदी दया है। जिंदगी जो हुंदी आ साडी उहदा एक एक पल बहुत कीमती हुंदा, पर जदों आपां गुरु साहिब जी दे कोल आके सज जांदे हां उदों ये साडे जिहड़े सवास हन ये होर भी कीमती हो जांदे, पर कल्ले बहण दे नाल कीमती नहीं हुंदे। केवल जो गुरु साहिब जी कहंदे आ उहनूं सुन के उसनूं मन के हिरदे च वसा के जिंदगी च तब्दीली आउंदी आ। सो गुरबाणी दी विचार नूं आरंभ करिए। प्रथम प्यार सत्कार दे नाल आखो जी वाहिगुरु जी का खालसा वाहिगुरु जी की फतेह। अज दा जो पावन वचन है शहीदां दे सिरताज शांति दे पुंज दया दे मुजस्मे श्री गुरु अर्जन देव जी पातशाह जी, उन्हां दी रसना तो गायन किया होया पावन शब्द है जो कि लगभग कुछ संगतां हन जिन्हां नूं यह शब्द कंठ आ बार बार उन्हां नूं रिपीट करदे आ, बार बार दोहराउंदे आ, दृढ़ करदे आ, पढ़दे ने। धनासरी राग दा यह शब्द 682 अंग ते गुरु साहिब जी विच अंकित है, दर्ज है। औखी घड़ी ना देखण देई अपना बिरद संभाले, हाथ दे राखै अपने को सास सास प्रित पाले। धनासरी महला पंजवा। औखी घड़ी ना देखण देई अपना बिरद संभाले। गुरु अर्जन देव जी महाराज फरमाउंदे ने कि जो वाहिगुरु परमेश्वर है ना वो अपने भगतां नूं अपने दासां नूं अपने प्यारियां नूं कदे भी औखी घड़ी जिहड़ी आ मुश्किल दी घड़ी जिहनूं आपां कहने आ इहनूं माड़ा वक्त कहने आ वो कदे भी उन्हां नूं देखण नहीं दिंदा। जेकर कोई बुरा समा आउंदा भी आ, क्योंकि बाणी ही बाणी की व्याख्या कर सकती आ, दुख सुख दोए दर कपड़े ये दोनों चीज़ां तन ते पहनण वाले कपड़ियां दे वांग ने। जिंदगी विच दुख जिंदगी विच सुख मिले हुए। जिंदगी सानू छोटियां तो वड्डे वड्डियां तो छोटे करके परखदी रहिंदी आ। हमेशा कदे सानू सुख मिलदा कदे सानू दुख मिलदा। तां हुण जिहड़ियां मुश्किल दीयां घड़ियां ने जिहड़ियां सानू लगदियां दुखां दी घड़ी आ गई, मुश्किल दी घड़ी आ गई, घर दा कोई परिवार दा मैंबर आ बीमार रहन लग गया, साडे नाल ही रहिंदा, उहनूं कोई रोग लग गया,
ਘਰ ਦੇ ਵਿੱਚ ਪੈਸਿਆਂ ਦੀ ਕਮੀ ਆ ਗਈ ਤੇ ਘਰ ਦੇ ਵਿੱਚ ਤੇ ਇਸ ਤਰ੍ਹਾਂ ਕੋਈ ਫਸਲ ਵਿੱਚ ਘਾਟਾ ਪੈ ਗਿਆ, ਨੁਕਸਾਨ ਹੋ ਗਿਆ। ਇਹ ਸਾਰੀਆਂ ਚੀਜ਼ਾਂ ਨੂੰ ਸਹਿਣ ਦਾ ਜਿਹੜਾ ਬਲ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹਨਾਂ ਦੇ ਘਾਟੇ ਸਹਿਣ ਦਾ ਬਲ ਜਿਹੜਾ ਵਾਹਿਗੁਰੂ ਪਰਮੇਸ਼ਰ ਬੰਦੇ ਨੂੰ ਬਖਸ਼ ਦਿੰਦਾ ਹੈ। ਫਿਰ ਉਹ ਔਖੇ ਸਮੇਂ ਨੂੰ ਵੀ ਬਹੁਤ ਸਹਿਜ ਤਰੀਕੇ ਨਾਲ ਲੰਘਾ ਲੈਂਦਾ। ਔਖੀ ਘੜੀ ਨਾ ਦੇਖਣ ਦੀ ਆਪਣਾ ਬਿਰਦ ਸੰਭਾਲੇ। ਕਿ ਜਿਹੜੇ ਰੱਬ ਦੇ ਪਿਆਰੇ ਹਨ, ਜਦੋਂ ਵੀ ਉਹਨਾਂ ਤੇ ਵਿਪਤਾ ਪਈ ਆ, ਉਹਨਾਂ ਨੇ ਜਦੋਂ ਅਰਦਾਸ ਕੀਤੀ ਆ ਸੱਚੇ ਦਿਲੋਂ, ਉਹਨਾਂ ਦੀ ਦੁਆ ਕਬੂਲ ਹੋਈ ਆ। ਉਹ ਕਬੂਲ ਹੋਣ ਤੋਂ ਬਾਅਦ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਦੀ ਰੱਖਿਆ ਕੀਤੀ ਆ। ਇਹਦਾ ਇਤਿਹਾਸ ਗਵਾਹ ਹੈ। ਉਹਨਾਂ ਦੀਆਂ ਆਪਾਂ ਉਦਾਹਰਨਾਂ ਲਈਏ, ਕਿਵੇਂ ਕੀ ਜਦੋਂ ਹੋਇਆ। ਜਦੋਂ ਭਗਤ ਧਰੂ ਜੀ ਵਰਗੇ, ਭਗਤ ਪ੍ਰਹਿਲਾਦ ਜੀ ਵਰਗੇ ਹੋਏ। ਭਗਤ ਪ੍ਰਹਿਲਾਦ ਜੀ ਬਹੁਤ ਛੋਟੀ ਉਮਰ ਦੇ ਬਾਲਕ ਸੀ। ਇਹਨਾਂ ਦੇ ਪਿਤਾ ਦਾ ਨਾਮ ਸੀ ਹਰਨਾਕਸ਼, ਜਿਹੜਾ ਹੰਕਾਰਿਆ ਹੋਇਆ ਰਾਜਾ ਸੀ। ਇਹ ਚਾਹੁੰਦਾ ਸੀ ਸਾਰੇ ਇੱਕੋ ਹੀ ਰੱਬ ਨੂੰ ਮੰਨਣ, ਤੇ ਉਹ ਰੱਬ ਹਰਨਾਕਸ਼ ਆ, ਉਹ ਮੈਂ ਆ। ਸਾਰਿਆਂ ਨੂੰ ਕਹਿੰਦਾ ਸੀ ਮੇਰਾ ਨਾਮ ਜਪਿਆ ਕਰੋ। ਸਾਰੇ ਡਰ ਦੇ ਮਾਰੇ ਇਹਦਾ ਨਾਮ ਜਪਣ ਲੱਗ ਗਏ। ਪਰ ਭਗਤ ਪ੍ਰਹਿਲਾਦ ਨੇ, ਇਹਦੇ ਪੁੱਤਰ ਨੇ ਹੀ ਆਖਿਆ ਕਿ ਪਿਤਾ ਜੀ, ਮੈਂ ਰਾਮ ਰਾਮ ਜਪੂੰਗਾ, ਜੋ ਸਾਰਿਆਂ ਵਿੱਚ ਰਮਿਆ ਹੋਇਆ ਹੈ। ਮੈਂ ਤੁਹਾਡਾ ਨਾਮ ਨਹੀਂ ਜਪ ਸਕਦਾ। ਇਹਨੇ ਪ੍ਰਹਿਲਾਦ ਨੂੰ ਬਹੁਤ ਸਜ਼ਾ ਦਿੱਤੀ। ਭਾਵੇਂ ਇਹਦਾ ਪੁੱਤਰ ਸੀਗਾ, ਕੋਠੇ ਵਿੱਚ ਬੰਦ ਕੀਤਾ। ਪ੍ਰਹਿਲਾਦ ਕੋਠੇ ਵਿੱਚ ਰਾਖਿਆ, ਬਾਹਰ ਦੀਆ ਤਾਲਾ। ਇੱਕ ਛੋਟੇ ਜਿਹੇ ਬੱਚੇ ਨੂੰ ਬੰਦ ਕਰ ਦਿੱਤਾ ਕੋਠੇ ਵਿੱਚ, ਬਾਹਰੋਂ ਜਿੰਦਾ ਲਾ ਦਿੱਤਾ। ਪਰ ਜੋ ਭਗਤ ਪ੍ਰਹਿਲਾਦ ਜੀ ਸਨ, ਉਹਨਾਂ ਨੇ ਬਹੁਤ ਜ਼ਿਆਦਾ ਬੰਦਗੀ ਕੀਤੀ। ਫਿਰ ਉੱਥੇ ਡਰੇ ਨਹੀਂ ਇੱਕ ਬੱਚੇ ਹੋਣ ਦੇ ਬਾਵਜੂਦ ਵੀ, ਕਿਉਂਕਿ ਉਹਨਾਂ ਦੀ ਸੁਰਤ ਵਾਹਿਗੁਰੂ ਨਾਲ ਜੁੜ ਗਈ ਸੀ। ਤੇ ਫਿਰ ਉਹਨਾਂ ਨੇ ਬਹੁਤ ਜ਼ਿਆਦਾ ਬੰਦਗੀ ਕੀਤੀ। ਫਿਰ ਗੁਰੂ ਸਾਹਿਬ ਜੀ ਨੂੰ ਕਹਿਣਾ ਪਿਆ, ਗੁਰੂ ਅਰਜਨ ਦੇਵ ਜੀ ਨੂੰ, ਜੇ ਕੋਈ ਸਿੱਖਣਾ ਚਾਹੁੰਦਾ ਹੈ ਕਿ ਪਾਠ ਕਿਵੇਂ ਕਰੀਏ, ਬਾਣੀ ਕਿਵੇਂ ਪੜ੍ਹੀਏ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜੇ ਤੁਸੀਂ ਪੁੱਛਦੇ ਹੋ ਕਿ ਪਾਠ ਕਿਵੇਂ ਕਰਨਾ ਚਾਹੀਦਾ, ਬੰਦਗੀ ਕਿਵੇਂ ਕਰਨੀ ਚਾਹੀਦੀ ਆ, ਤਾਂ ਉਹ ਫਿਰ ਭਗਤ ਪ੍ਰਹਿਲਾਦ ਜੀ ਤੋਂ ਸਿੱਖ ਲਓ। ਉਵੇਂ ਕਰਨਾ ਚਾਹੀਦਾ ਜਿਵੇਂ ਉਹ ਭਗਤ ਪ੍ਰਹਿਲਾਦ ਨੇ ਬਾਣੀ ਪੜ੍ਹੀ ਆ, ਵਾਹਿਗੁਰੂ ਨੂੰ ਜੇ ਚੇਤੇ ਕੀਤਾ, ਉਹਦਾ ਸਿਮਰਨ ਕੀਤਾ, ਨਿਰਭਉ ਹੋ ਕੇ ਹੀ ਤੁਸੀਂ ਜਪੋ ਉਹਦੇ ਵਾਂਗ। ਤੇ ਫਿਰ ਜਦੋਂ ਇੰਨਾ ਜ਼ਿਆਦਾ ਉਹ ਹਰਨਾਕਸ਼ ਪਰੇਸ਼ਾਨ ਕਰਨ ਲੱਗ ਗਿਆ ਆਪਦੇ ਹੀ ਪੁੱਤਰ ਨੂੰ, ਇੱਕ ਦਿਨ ਫਿਰ ਵਾਹਿਗੁਰੂ ਪਰਮੇਸ਼ਰ ਨੇ ਅਵਤਾਰ ਧਾਰਿਆ, ਜਿਸ ਦਿਨ ਉਹਨੇ ਪ੍ਰਹਿਲਾਦ ਨੂੰ ਤਪਦੇ ਹੋਏ ਥੰਮ ਨਾਲ, ਉਹਦੇ ਨਾਲ ਉਹਨੂੰ ਆਖਦਾ ਸੀ ਕਿ ਇਹਨੂੰ ਘੁੱਟ ਕੇ ਜੱਫੀ ਪਾ, ਪੂਰਾ ਥੰਮਲਾ ਗਰਮ ਕਰਕੇ, ਤੇ ਡਰਾਉਣ ਵਾਸਤੇ ਤੇ ਉਹਨੂੰ ਸਜ਼ਾ ਦੇਣ ਵਾਸਤੇ। ਉਸ ਦਿਨ ਉਸੇ ਥੰਮ ਦੇ ਵਿੱਚੋਂ ਹੀ ਵਾਹਿਗੁਰੂ ਪਰਮੇਸ਼ਰ ਨੇ ਥੰਮ ਅਪਾੜ ਹਰ ਆਪ ਦਿਖਾਇਆ, ਨਰ ਸਿੰਘ ਰੂਪ ਹੋਏ। ਵਾਹਿਗੁਰੂ ਪਰਮੇਸ਼ਰ ਨੇ ਅਵਤਾਰ ਧਾਰਿਆ। ਸਾਰੇ ਜਿਹੜੇ ਬਚਨ ਸੀ ਹਰਨਾਕਸ਼ ਦੇ ਲਏ ਹੋਏ ਕਿ ਮੈਂ ਨਾ ਤਾਂ ਅੰਦਰ ਮਰਾਂ ਤੇ ਨਾ ਬਾਹਰ ਮਰਾਂ, ਨਾ ਦਿਨੇ ਮਰਾਂ ਨਾ ਰਾਤ ਨੂੰ ਮਰਾਂ, ਨਾ ਪੰਛੀ ਕੋਈ ਮਾਰ ਸਕੇ ਨਾ ਜਾਨਵਰ ਨਾ ਮਨੁੱਖ, ਇੱਦਾਂ ਦੇ ਇਹਨੇ ਵਰ ਲਏ ਹੋਏ ਸੀਗੇ। ਵਾਹਿਗੁਰੂ ਜੀ ਨੇ ਫਿਰ ਉੱਦਾਂ ਦਾ ਸਰੂਪ ਧਾਰਿਆ। ਉਦੋਂ ਨਾ ਦਿਨ ਸੀ ਨਾ ਰਾਤ ਸੀ, ਸ਼ਾਮ ਸੀ, ਸੂਰਜ ਨਾ ਡੁੱਬਿਆ ਸੀ ਪੂਰੀ ਤਰ੍ਹਾਂ, ਤੇ ਨਾ ਹੀ ਸੀਗਾ ਇਸ ਤਰ੍ਹਾਂ ਸੰਧਿਆ ਦਾ ਵੇਲਾ ਜਿਹਨੂੰ ਕਹਿੰਦੇ ਆ, ਨਾ ਇੱਧਰ ਨਾ ਉੱਧਰ। ਅੱਧਾ ਸਰੀਰ ਇਹਦਾ ਬਾਹਰ ਕੱਢ ਕੇ ਖਿੜਕੀ 'ਚੋਂ, ਅੱਧੀ ਲੱਤਾਂ ਇਹਦੀਆਂ ਅੰਦਰ ਰੱਖ ਕੇ, ਇਸ ਤਰ੍ਹਾਂ ਨਾ ਧਰਤੀ 'ਤੇ ਮਰਾਂ ਤੇ ਨਾ ਅਸਮਾਨ 'ਚ ਮਰਾਂ। ਫਿਰ ਉਹਨੂੰ ਆਪਣੇ ਪੱਟ 'ਤੇ ਰੱਖਿਆ ਉਹਨਾਂ ਨੇ, ਵਾਹਿਗੁਰੂ ਜੀ ਨੇ, ਉਹ ਜੋ ਨਰਸਿੰਘ ਅਵਤਾਰ ਉਹਨੂੰ ਕਹਿੰਦੇ ਆ। ਅੱਧਾ ਸਰੀਰ ਪੰਛੀ ਦਾ, ਅੱਧਾ ਮਨੁੱਖ ਦਾ, ਅੱਧਾ ਸ਼ੇਰ ਦਾ। ਇਸ ਤਰ੍ਹਾਂ ਫਿਰ ਆਪਣੀਆਂ ਜਿਹੜੇ ਨੌਂਦਰਾਂ ਨੇ ਉਹਦੇ ਨਾਲ ਇਹਦੀ ਛਾਤੀ ਨੂੰ ਪਾੜ ਕੇ
ਇਹਦਾ ਵੱਧ ਕੀਤਾ ਉੱਥੇ, ਤੇ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ ਆ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਇੱਕ ਛੋਟੇ ਬੱਚੇ ਦੀ, ਜਿਹੜੇ ਕਿ ਭਗਤ ਸਹਿਬਾਨ ਹੋਏ ਆ, ਉਹਨਾਂ ਦੀ ਰੱਖਿਆ ਗੁਰੂ ਸਾਹਿਬ ਨੇ, ਵਾਹਿਗੁਰੂ ਪਰਮੇਸ਼ਰ ਨੇ ਕੀਤੀ, ਕਿਉਂਕਿ ਇਹ ਉਹਨਾਂ ਦਾ ਸੁਭਾਅ ਆ ਰੱਬ ਦਾ, ਕਿ ਉਹ ਜੋ ਵੀ ਅਰਦਾਸ ਕਰਦਾ ਉਹਦੇ ਦਰ ਤੇ ਆ ਕੇ ਗੁਰੂ ਸਾਹਿਬ ਜੀ ਉਹਦਾ ਕਾਰਜ ਰਾਸ ਕਰਦੇ ਆ। ਹਾਥ ਦੇ ਰਾਖੈ ਆਪਣੇ ਕੋ, ਸਾਸ ਸਾਸ ਪ੍ਰਿਤ ਪਾਲੇ। ਹੱਥ ਦੇ ਕੇ ਮਹਾਰਾਜ ਨੇ ਰੱਖ ਲਿਆ ਭਗਤ ਪ੍ਰਹਿਲਾਦ ਨੂੰ। ਹਰਨਾਕਸ਼ ਨੂੰ ਮੌਤ ਦਿੱਤੀ ਆ, ਪ੍ਰਹਿਲਾਦ ਜੀ ਨੂੰ ਆਪਣੀ ਛਾਤੀ ਨਾਲ ਲਾਇਆ। ਇੱਦਾਂ ਹੀ ਭਗਤ ਨਾਮਦੇਵ ਜੀ ਨਾਲ ਹੋਇਆ। ਤਾਂ ਸਾਰੀਆਂ ਉਦਾਹਰਨਾਂ ਨੇ ਕਿ ਜਦੋਂ ਜਦੋਂ ਭਗਤਾਂ ਦੀ ਸਦਾ ਤੂੰ ਰੱਖਦਾ, ਹਰ ਜੀਉ ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲਏ, ਹਰ ਜੀਉ ਹਰਨਾਕਸ਼ ਮਾਰ ਪਚਾਇਆ। ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਇਸ ਕਰਕੇ ਸਾਰੀਆਂ ਇਹ ਇਤਿਹਾਸ ਦੀਆਂ ਸਾਖੀਆਂ ਗਵਾਹ ਨੇ। ਹਜੂਰ ਸਾਹਿਬ ਤੋਂ ਲਗਭਗ 50 ਕਿਲੋਮੀਟਰ ਦੀ ਦੂਰੀ 'ਤੇ ਇੱਕ ਕਸਬਾ ਬਣਿਆ ਹੋਇਆ ਜਿਹਦਾ ਨਾਮ ਔਂਡਾ। ਔਂਡੇ ਦੇ ਵਿੱਚ ਭਗਤ ਨਾਮਦੇਵ ਜੀ ਜਾਇਆ ਕਰਦੇ ਸੀ। ਉੱਥੇ ਇੱਕ ਮੰਦਿਰ ਬਣਿਆ ਹੋਇਆ ਸੀ ਉਸ ਵਕਤ। ਨਾਮਦੇਵ ਜੀ ਨੇ ਉੱਥੇ ਜਾਣਾ ਕੀਤਾ ਭਗਤ ਜੀ ਨੇ। ਭਗਤ ਜੀ ਜਿਹੜੇ ਸੀਗੇ ਸ਼ਿੰਬਾ ਜਾਤੀ ਨਾਲ ਸੰਬੰਧ ਰੱਖਣ ਕਰਕੇ ਬ੍ਰਾਹਮਣ ਉਹਨਾਂ ਨੂੰ ਮੰਦਿਰ 'ਚ ਨਹੀਂ ਆਉਣ ਦਿੰਦੇ ਸੀਗੇ। ਇੱਕ ਦਿਨ ਉਹ ਮੰਦਿਰ ਵਿੱਚ ਆਏ। ਉਹਨਾਂ ਉਸ ਦਿਨ ਕੀਰਤਨ ਕੀਤਾ ਮੰਦਿਰ ਵਿੱਚ ਆ ਕੇ, ਬੀਠਲ ਬੀਠਲ ਆਖਿਆ ਭਗਤ ਨਾਮਦੇਵ ਜੀ ਨੇ। ਲੋਕਾਂ ਦੀ ਭੀੜ ਇਕੱਠੀ ਹੋ ਗਈ ਕਿ ਇੰਨਾ ਮਨੋਹਰ ਕੀਰਤਨ ਕਰਦੇ ਆ। ਸੰਗੀਤ ਵਿੱਚ ਇੱਕ ਖਿੱਚ ਹੁੰਦੀ ਆ। ਜਿਹੜਾ ਵਧੀਆ ਸੰਗੀਤ ਹੋਵੇ ਉਹਦੇ ਵਿੱਚ ਸਕੂਨ ਹੁੰਦਾ, ਉਹ ਤੁਹਾਡੇ ਮਨ ਨੂੰ ਖਿੰਡੇ ਹੋਏ ਨੂੰ ਟਿਕਾਉਂਦਾ। ਤਾਂ ਹੀ ਕੀਰਤਨ ਨੂੰ ਮਹਾਰਾਜ ਨੇ ਮਹਾਨਤਾ ਦਿੱਤੀ ਹੈ। ਭਗਤ ਨਾਮਦੇਵ ਜੀ ਨੇ ਜਦੋਂ ਕੀਰਤਨ ਕੀਤਾ ਉੱਥੇ, ਉਹਨਾਂ ਬ੍ਰਾਹਮਣਾਂ ਨੇ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਕਿ ਇਹ ਇੰਨਾ ਸੋਹਣਾ ਕੀਰਤਨ ਕਰਦਾ, ਲੋਕ ਇਹਦੇ ਪਿੱਛੇ ਲੱਗ ਰਹੇ ਆ, ਸਾਡੇ ਵੱਲ ਧਿਆਨ ਨਹੀਂ ਦੇ ਰਹੇ। ਧੱਕੇ ਮਾਰ ਕੇ ਉਹ ਆਪ ਕਹਿੰਦੇ ਆ, ਹਸਤ ਖੇਲਤ ਤੇਰੇ ਦੇਹੁਰੇ ਆਇਆ, ਮੈਂ ਤਾਂ ਹੱਸਦਾ ਖੇਡਦਾ। ਭਗਤ ਨਾਮਦੇਵ ਜੀ ਕਹਿੰਦੇ ਮੈਂ ਤੇਰੇ ਮੰਦਿਰ ਵਿੱਚ ਆਇਆ, ਹਿੰਨੜੀ ਯਾਤ ਮੇਰੀ ਯਾਦ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਜੇ ਤੁਸੀਂ ਮੈਥੋਂ ਮੇਰੀ ਬੰਦਗੀ ਕਰਵਾਉਣੀ ਸੀ, ਆਪਣੀ ਕੀਰਤਨ ਕਰਵਾਉਣਾ ਸੀ, ਤਾਂ ਮੈਨੂੰ ਨੀਵੀਂ ਜਾਤੀ ਵਿੱਚ ਕਿਉਂ ਭੇਜਿਆ। ਸੂਦ ਸੂਦ ਕਰ ਮਾਰ ਉਠਾਇਓ, ਕਾਹਾਂ ਕਰੋ ਬਾਪ ਬੀਠਲਾ। ਉਹਨਾਂ ਬ੍ਰਾਹਮਣਾਂ ਨੇ ਫਿਰ ਭਗਤ ਨਾਮਦੇਵ ਜੀ ਨੂੰ ਮਾਰਿਆ ਕੁੱਟਿਆ ਤੇ ਧੱਕੇ ਮਾਰ ਕੇ ਮੰਦਿਰ ਚੋਂ ਬਾਹਰ ਕੱਢਿਆ ਕਿ ਤੂੰ ਇਹ ਮੰਦਿਰ 'ਚ ਨਹੀਂ ਆ ਸਕਦਾ, ਤੇਰੀ ਜਿਹੜੀ ਬਰਾਦਰੀ ਆ ਉਹ ਨੀਵੀਂ ਆ, ਅਸੀਂ ਬ੍ਰਾਹਮਣ ਆ। ਇੱਦਾਂ ਜੋ ਧੱਕੇ ਮਾਰ ਕੇ ਕੱਢਿਆ। ਤੇ ਭਗਤ ਨਾਮਦੇਵ ਜੀ, ਉਹ 5500 ਸਾਲ ਪੁਰਾਣਾ ਮੰਦਿਰ ਅੱਜ ਵੀ ਹੈਗਾ, ਉਹਨੂੰ ਫਿਰ ਪਿਛਲੇ ਪਾਸੇ ਜਾ ਕੇ ਬਹਿ ਗਏ ਮੰਦਿਰ ਦੇ ਤੇ ਰੋਣ ਲੱਗ ਗਏ। ਉਸ ਦਿਨ ਉਹਨਾਂ ਦੇ ਹੰਝੂ ਡਿੱਗੇ ਕਿ ਮੈਂ ਤਾਂ ਹੱਸਦਾ ਖੇਡਦਾ ਆਇਆ ਸੀ, ਲੈ ਚੱਲਿਓ ਕਮਲੀ ਪਲਟਾਏ, ਦਿਉਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣੇ ਉਚਰੈ। ਹੰਝੂ ਵੀ ਐਸੇ ਡਿੱਗੇ, ਇਹਨਾਂ ਵਿੱਚੋਂ ਵਿਰਾਗ ਆਇਆ ਤੇ ਉਹਨਾਂ ਨੇ ਰੱਬ ਦੇ ਗੁਣ ਗਾਏ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕੋ ਦੇਹੁਰਾ ਫਿਰੈ। ਫੇਰ ਉਹ ਜਿਹੜਾ ਮੰਦਿਰ ਸੀਗਾ ਬਣਿਆ ਹੋਇਆ, ਇਹ ਕੌਰਵਾਂ ਤੇ ਪਾਂਡਵਾਂ ਨੇ ਬਣਾਇਆ ਸੀ ਰਲ ਕੇ। ਉਸ ਤੋਂ ਬਾਅਦ ਇਹ ਮੰਦਿਰ ਘੁੰਮਿਆ। ਉੱਥੇ ਭਗਤ ਨਾਮਦੇਵ ਜੀ ਵੱਲ ਮੁੱਖ ਹੋ ਗਿਆ, ਬ੍ਰਾਹਮਣਾਂ ਵੱਲ ਪਿੱਠ ਹੋ ਗਈ ਮੰਦਿਰ ਦੀ। ਮੂਰਤੀਆਂ ਦਾ ਮੁੱਖ ਘੁੰਮ ਕੇ ਉਹਨਾਂ ਵੱਲ ਹੋ ਗਿਆ, ਮੰਦਿਰ ਸਾਰਾ ਘੁੰਮ ਗਿਆ। ਅੱਜ ਵੀ ਉਹਦੇ ਪ੍ਰਮਾਣ ਉਵੇਂ ਮਿਲਦੇ ਆ ਉੱਥੇ। ਤਾਂ ਕਹਿਣ ਦਾ ਭਾਵ ਇਹ ਆ ਕਿ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਦੋਂ ਤੁਸੀਂ ਹਜੂਰ ਸਾਹਿਬ ਕਦੇ ਜਾਓ, ਉੱਥੋਂ ਜਿਹੜੀਆਂ ਗੱਡੀਆਂ ਜਾਂਦੀਆਂ ਨੇ ਪਾਸੇ ਹਟ ਕੇ ਕਿਰਾਏ 'ਤੇ ਅੱਗੇ, ਤਾਂ ਉਹਨਾਂ ਨੂੰ ਕਹਿਣਾ ਕਿ ਸਾਨੂੰ ਔਂਡੇ ਲੈ ਕੇ ਜਾਓ। ਬਹੁਤ ਜਾਣੇ ਇਹ ਦੇਖ ਕੇ ਆਉਂਦੇ ਆ ਵੀ ਉਹ ਅੱਜ ਵੀ ਉੱਥੇ ਹੁਣ ਬ੍ਰਾਹਮਣ ਜਿਹੜਾ ਹੈ ਥੜੇ 'ਤੇ ਬਹਿ ਕੇ ਸਾਖੀ ਸੁਣਾਉਂਦਾ। ਜਿਹੜੇ ਬ੍ਰਾਹਮਣ ਆ ਉਹ ਸਾਖੀ ਸੁਣਾਉਂਦੇ ਆ ਭਗਤ ਨਾਮਦੇਵ ਜੀ ਦੀ,
ਦੱਸਦੇ ਆ ਕਿ ਇੱਥੇ ਉਹ ਕੀਰਤਨ ਕਰਨ ਆਏ, ਸਾਡੇ ਹੀ ਬਜ਼ੁਰਗਾਂ ਨੇ, ਪੂਰਵਜਾਂ ਨੇ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ, ਪਰ ਉਹਨਾਂ ਨੇ ਰੱਬ ਦਾ ਕੀਰਤਨ ਕਰਨਾ ਨਹੀਂ ਛੱਡਿਆ, ਜਿਹਦੇ ਕਰਕੇ ਮੰਦਿਰ ਘੁੰਮ ਗਿਆ। ਮੰਦਿਰ ਦਾ ਮੂੰਹ ਚੜ੍ਹਦੇ ਵਾਲੇ ਪਾਸੇ ਸੀ। ਇਹ ਗੱਲਾਂ ਬ੍ਰਾਹਮਣ ਕਰਦੇ ਹੁੰਦੇ ਸੀ ਕਿ ਆਪਾਂ ਚੜ੍ਹਦੇ ਵਾਲੇ ਪਾਸੇ ਮੂੰਹ ਰੱਖਣਾ, ਪੂਰਬ ਜਿਹਨੂੰ ਕਹਿੰਦੇ ਆ, ਜਦੋਂ ਨੂੰ ਸੂਰਜ ਚੜ੍ਹਦਾ, ਤੇ ਉਹਦਾ ਮੂੰਹ ਘੁੰਮਿਆ ਹੋਇਆ ਪੱਛਮ ਵਾਲੇ ਪਾਸੇ ਹੋ ਗਿਆ। ਉਹਦੀ ਵੱਡੀ ਗੱਲ ਮੰਦਿਰ ਦੀ ਇਹ ਆ ਕਿ ਉਹ 5500 ਸਾਲ ਪੁਰਾਣਾ ਵਾ, ਪਰ ਉਹਦੀ ਕੋਈ ਨਿਉ ਨਹੀਂ ਹੈਗੀ ਮੰਦਿਰ ਦੀ। ਉਹ ਇੱਕ ਪਹਾੜ ਸੀਗਾ ਜਿਹਨੂੰ ਤਰਾਸ਼ ਕੇ ਉਦੋਂ ਦੇ ਰਾਜ ਮਿਸਤਰੀਆਂ ਨੇ ਬਣਾਇਆ, ਕੋਈ ਉਹਦੀ ਨਿਉ ਨਹੀਂ। ਇਸ ਕਰਕੇ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਕਿ ਉਹਨਾਂ ਨੂੰ ਸਾਡੀ ਜਿਹੜੀ ਬੁੱਧੀ ਆ ਮੰਨਦੀ ਨਹੀਂ ਕਿ ਇਹ ਕਿਵੇਂ ਹੋ ਜਾਊਗਾ, ਇਹ ਕਿਵੇਂ ਹੋ ਜਾਊਗਾ, ਮੰਦਿਰ ਕੋਈ ਕਿਵੇਂ ਘੁੰਮ ਜੂ। ਉਹ ਮੰਦਿਰ ਨਾਲੇ ਜਿਹਦੀ ਕੋਈ ਨਿਉ ਨਹੀਂ ਹੈਗੀ, ਉਹ ਰਬੜ ਦਾ ਮੰਦਿਰ ਆ ਕਿ ਪੱਥਰ ਦਾ, ਇੱਦਾਂ ਦੇ ਸਵਾਲ ਹੁੰਦੇ ਆ। ਪਰ ਜਦੋਂ ਰੱਬ ਚਾਹਵੇ ਨਾ ਤੇ ਉਹ ਕਰ ਸਕਦਾ ਜੋ ਅਸੀਂ ਸੋਚ ਵੀ ਨਹੀਂ ਸਕਦੇ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਪੜ੍ਹੀਏ ਫਿਰ ਪੰਕਤੀਆਂ ਗੁਰੂ ਅਰਜਨ ਦੇਵ ਜੀ ਦੀਆਂ। ਜੇ ਉਹ ਚਾਹਵੇ ਬਿਨਾਂ ਸਾਹਾਂ ਤੋਂ ਬੰਦੇ ਜਿਹੜੇ ਆ ਉਹਨਾਂ ਨੂੰ ਬਚਾ ਲੂਗਾ, ਬਿਨਾਂ ਸਾਹ ਵੀ ਨਹੀਂ ਹੋਊਗਾ ਤੇ ਬਚਾ ਲੂਗਾ। ਜੇ ਉਹਨੇ ਮਾਰਨਾ ਹੋਇਆ ਤੇ ਉਦੋਂ ਫਿਰ ਬੋਡੀਗਾਰਡ ਜਿਹੜੇ ਬੰਦੇ ਦੇ ਆ ਉਹ ਵੀ ਉਹਦੀ ਰਾਖੀ ਨਹੀਂ ਕਰ ਸਕਦੇ। ਮੌਤ ਦੀ ਰਾਖੀ ਮੌਤ ਹੀ ਕਰਦੀ ਆ, ਮੌਤ ਹੋਣ ਤੋਂ ਪਹਿਲਾਂ। ਪਰ ਜਦੋਂ ਮੌਤ ਨੇ ਆਉਣਾ ਫਿਰ ਕੋਈ ਨਹੀਂ ਬਚਾ ਸਕਦਾ। ਮੌਤ ਰੱਬ ਨੇ ਬਣਾਈ ਹੈ, ਕਾਲ ਕੇ ਬਣਾਏ ਸਭੇ ਕਾਲ ਹੀ ਚਬਾਹੇਂਗੇ। ਇਸ ਕਰਕੇ ਗੁਰੂ ਪਿਆਰਿਓ, ਤੇ ਉਹ ਭਗਤ ਨਾਮਦੇਵ ਜੀ ਜਿਹੜੇ ਹਨ, ਜਿਹੜੇ ਮੰਦਿਰ 'ਚ ਗਏ ਸੀਗੇ, ਇੰਨਾ ਜ਼ਿਆਦਾ ਮਜ਼ਬੂਤ ਆ ਮੰਦਿਰ ਉਹਦੀ ਆਪਾਂ ਜੇ ਗੱਲ ਕਰੀਏ ਤੇ ਵੀ ਪੁਰਾਣੇ ਜਿਹੜੇ ਮਿਸਤਰੀ ਨੇ ਉਹਨਾਂ ਦੀਆਂ ਇਹ ਸਾਰੀਆਂ ਖੋਜਾਂ ਨੇ। ਔਰੰਗਜ਼ੇਬ ਨੇ ਉੱਥੇ ਮਸੀਤ ਬਣਾਉਣੀ ਚਾਹੀ ਸੀਗੀ, ਉਹਨੇ ਬਹੁਤ ਗੋਲੇ ਦਾਗੇ, ਪਰ ਉਹ ਮੰਦਿਰ ਢਿਆ ਨਹੀਂ, ਇੰਨਾ ਮਜ਼ਬੂਤ ਆ। ਉਹਦਾ ਥੋੜ੍ਹਾ ਜਿਹਾ ਹਿੱਸਾ ਉੱਪਰਲਾ ਥੋੜ੍ਹਾ ਜਿਹਾ ਨੁਕਸਾਨਿਆ ਗਿਆ, ਜਿਹਨੂੰ ਉਹਨਾਂ ਨੇ ਹੁਣ ਦੁਬਾਰਾ ਬਣਾ ਦਿੱਤਾ ਵਾ। ਇਸ ਕਰਕੇ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰੱਖੇ ਆਪਣੇ ਕੋ ਸਾਸ ਪ੍ਰਤਪਾਲੇ। ਕਦੇ ਵੀ ਵਾਹਿਗੁਰੂ ਪਰਮੇਸ਼ਰ ਆਪਦੇ ਪਿਆਰਿਆਂ ਨੂੰ ਮੁਸ਼ਕਿਲ ਦੀ ਘੜੀ ਦੇਖਣ ਨਹੀਂ ਦਿੰਦਾ। ਜੇ ਮੁਸ਼ਕਿਲ ਦੀ ਘੜੀ ਆਉਂਦੀ ਵੀ ਆ, ਉਹਦੇ ਵਿੱਚ ਉਹਨੂੰ ਸਹਿਣਾ, ਉਹਦੀ ਸਹਿਣ ਦੀ ਤਾਕਤ ਗੁਰੂ ਸਾਹਿਬ ਨੂੰ ਬਖਸ਼ ਦਿੰਦੇ ਆ। ਅੱਗੇ ਪੰਕਤੀਆਂ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਫਿਰ ਇਹੋ ਜਿਹੇ ਪਰਮੇਸ਼ਰ ਦੇ ਨਾਲ ਚਿੱਤ ਜੋੜ ਕੇ ਰੱਖਣਾ ਚਾਹੀਦਾ ਹੈ ਸਦਾ ਹੀ। ਆਦ, ਜਿਹੜਾ ਆਦ ਵਿੱਚ ਵੀ ਸਾਡੇ ਨਾਲ ਖੜਦਾ ਹੈ, ਜਿਹੜਾ ਮੂਲ ਆ ਸਾਰੀਆਂ ਚੀਜ਼ਾਂ ਦਾ, ਜਿਹੜਾ ਅੰਤ, ਜੇ ਅੰਤ ਸਮਾਂ ਆ ਗਿਆ ਸਾਡਾ, ਉਦੋਂ ਵੀ ਜਿਹੜਾ ਸਹਾਈ ਹੋਊਗਾ। ਮਾਤ ਪਿਤਾ ਭਾਈ ਸੁਤ ਬੰਤਾ, ਕਹੋ ਕੋ ਹੈ ਕਾਕਾ, ਸਿਮਰਨ ਭਜਨ ਦਇਆ ਨਹੀਂ ਕੀਨੀ, ਕਾਗਦ ਜਿਉਂ ਗਲ ਜਾਹੇਗਾ। ਤਾਂ ਜਦੋਂ ਇਹ ਚੀਜ਼ਾਂ ਸਾਰੀਆਂ ਹੁੰਦੀਆਂ ਨੇ, ਕਿਉਂਕਿ ਇੱਕ ਦਿਨ ਸਾਰਿਆਂ ਤੇ ਹੀ ਆਉਣਾ ਉਹ ਆਪਾਂ ਨੂੰ ਕਹਿੰਦੇ ਮੌਤ, ਚਾਹੇ ਉਹ ਗਰੀਬ ਆ, ਚਾਹੇ ਉਹ ਅਮੀਰ ਆ, ਚਾਹੇ ਉਹ ਪੈਸੇ ਵਾਲਾ ਕੋਈ, ਚਾਹੇ ਉਹ ਬਾਣ ਦੀ ਮੰਜੀ ਤੇ ਸੌਣ ਵਾਲਾ ਕੋਈ। ਇੱਕ ਘਟਨਾ ਸਭ ਨੇ ਹੀ ਘਟਣੀ ਹੈ, ਉਹਨੂੰ ਮੌਤ ਕਹਿੰਦੇ ਆਪਾਂ। ਇਹਦੀ ਕਚਹਿਰੀ 'ਚੋਂ ਕੋਈ ਬਰੀ ਨਹੀਂ ਹੋ ਸਕਦਾ, ਉਹ ਸਮਾਂ ਆਉਣਾ ਹੀ ਆਉਣਾ ਹੈ। ਤਾਂ ਜਿਨ੍ਹਾਂ ਨੇ ਰੱਬ ਨੂੰ ਯਾਦ ਰੱਖਿਆ ਹੁੰਦਾ ਵਾ, ਉਹ ਫਿਰ ਉਹਨਾਂ ਨੂੰ ਫਿਕਰ ਨਹੀਂ ਹੁੰਦੀ ਉਹ ਚੀਜ਼ ਦੀ। ਅਸਲ ਵਿੱਚ ਜਿਹੜੀ ਮੂਲ ਗੱਲ ਆ, ਇੱਥੇ ਆਤਮਾ ਜਿਹੜੀ ਆ ਪਰਮਾਤਮਾ ਨੂੰ ਮਿਲਣ ਲਈ ਆਉਂਦੀ ਆ। ਇਸ ਜਗਤ ਇੱਕ ਮੁਸਾਫਰਖਾਨਾ ਹੈ, ਇੱਥੇ ਆਤਮਾ ਪਰਮਾਤਮਾ ਨੂੰ ਮਿਲਣ ਲਈ ਆਉਂਦੀ ਹੈ, ਜਿਹੜਾ ਮੇਨ ਮਕਸਦ ਆ ਇਹਦਾ ਸਾਡਾ ਆਉਣ ਦਾ। ਬਾਕੀ ਸਾਰੇ ਆਪਾਂ ਕਹਿੰਦੇ ਆ ਵੀ ਕਰਮ ਆ ਸਾਡੇ, ਬਾਕੀ ਲੈਣ ਦੇਣ ਦਾ ਸੰਬੰਧ ਆ। ਜਿਹੜਾ ਮੇਨ ਕੰਮ ਆ ਇੱਥੇ ਆਉਣ ਦਾ, ਜਿਵੇਂ ਕਿ ਆਪਾਂ ਦਫ਼ਤਰ ਜਾਂਦੇ ਆ, ਦਫ਼ਤਰ ਦੇ ਵਿੱਚ ਬਾਹਰ ਕੰਟੀਨ ਹੁੰਦੀ ਆ, ਉੱਥੋਂ ਚਾਹ ਪਾਣੀ ਵੀ ਪੀ ਲੈਂਦੇ ਆ, ਹੋਰ ਚੀਜ਼ਾਂ ਵੀ ਕਰ ਲੈਂਦੇ ਆ, ਪਰ ਅਸਲੀ ਕੰਮ ਤਾਂ ਉਹ ਕਾਗਜ਼ੀ ਕਾਰਵਾਈ ਹੁੰਦੀ ਹੈ, ਉਹ ਸਾਰੀ ਕਰਵਾਉਣਾ। ਬਾਕੀ ਹੋਰ ਕੁਝ ਵੀ ਆਪਾਂ ਸ਼ਹਿਰ ਤਾਂ ਹੋਰ ਕੁਝ ਵੀ ਕਰ ਆਉਂਦੇ ਆ। ਤਾਂ ਇਵੇਂ ਹੀ ਇਹ ਜਗਤ ਮੁਸਾਫਰਖਾਨਾ ਹੈ, ਇੱਥੇ ਆਤਮਾ ਪਰਮਾਤਮਾ ਵਿੱਚ ਲੀਨ ਹੋਣ ਲਈ ਆਉਂਦੀ ਆ। ਇੱਥੇ ਕੁਝ ਲੋਕ ਨੇ ਜਿਹੜੇ ਵਿਆਹੇ ਹੋਏ ਨੇ, ਕੁਝ ਲੋਕ ਜਿਹੜੇ ਨੇ ਆਤਮਾਵਾਂ ਜਿਹੜੀਆਂ ਨੇ ਰੱਬ ਨਾਲ ਵਿਆਹੀਆਂ ਗਈਆਂ ਨੇ,
ਕੁਝ ਲੋਕ ਵੈਸੇ ਆ ਜਿਨ੍ਹਾਂ ਦਾ ਵੈਸੇ ਦੁਨਿਆਵੀ ਤਰੀਕੇ ਨਾਲ ਵਿਆਹ ਹੋਇਆ, ਤਾਂ ਜਿਹੜੇ ਉਹ ਲੋਕ ਨੇ ਜਦੋਂ ਰੱਬ ਨੂੰ ਭੁਲਾ ਦਿੰਦੇ ਆ ਉਹ ਵਸ ਕੇ ਉੱਜੜ ਜਾਂਦੇ ਆ। ਪਰ ਜਿਨ੍ਹਾਂ ਨੇ ਰੱਬ ਨੂੰ ਚੇਤੇ ਰੱਖਿਆ, ਜੇ ਕੋਈ ਵੀ ਔਰਤ ਆ ਵਿਧਵਾ ਹੋ ਕੇ ਵੀ ਉਹ ਵਸ ਗਈ ਆ, ਜਿਹਨੇ ਰੱਬ ਨੂੰ ਭੁਲਾਤਾ ਉਹ ਵਸ ਕੇ ਵੀ ਉੱਜੜ ਗਈ ਆ। ਇੰਨੀ ਭਾਵ ਕੀ ਤਾਕਤ ਆ ਇਹ ਜਿਹੜੀ ਬਾਣੀ ਆ ਉਹਦੇ ਵਿੱਚ। ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ। ਗੁਰੂ ਸਾਹਿਬ ਦੇ ਕੌਤਕ ਦੇਖ ਕੇ ਮੇਰਾ ਮਨ ਅਚਰਜ ਹੁੰਦਾ, ਹੈਰਾਨ ਹੋ ਜਾਂਦਾ ਕਿ ਇੱਕ ਛੋਟੀ ਜਿਹੀ ਮੱਖੀ ਜਾਂ ਮੱਖੀਆਂ ਦਾ ਜਿਹੜਾ ਅੱਗੇ ਆਪਾਂ ਕਹਿੰਦੇ ਆ ਛੱਤਾ, ਉਹ ਕਿਵੇਂ ਸ਼ਹਿਦ ਬਣਾਉਂਦੀਆਂ ਨੇ ਜਾਂ ਫੁੱਲ ਕਿਵੇਂ ਖਿੜਦੇ ਆ। ਛੋਟੀਆਂ ਛੋਟੀਆਂ ਚੀਜ਼ਾਂ ਤੁਸੀਂ ਗਿਣਨ ਲੱਗ ਜਾਓ। ਇੱਕ ਵਿਦਵਾਨ ਨੇ ਇੱਥੋਂ ਤੱਕ ਲਿਖਿਆ ਉਹਦੀ ਕਿਤਾਬ ਵਿੱਚ, ਕਹਿੰਦੇ ਜੇ ਤਾਰੇ ਜਿਹੜੇ ਨੇ ਸਾਲ 'ਚ ਇੱਕ ਦਿਨ ਨਿਕਲਦੇ ਨਾ, ਜਿਵੇਂ ਜਿਹੜੀ ਚੀਜ਼ ਰੋਜ਼ ਹੁੰਦੀ ਹੈ ਸਾਨੂੰ ਉਹਦੀ ਕਦਰ ਨਹੀਂ ਹੁੰਦੀ, ਸਾਲ ਵਿੱਚ ਜੇ ਇੱਕ ਦਿਨ ਨਿਕਲਦੇ ਤਾਰੇ ਤੇ ਚੰਦ, ਕਹਿੰਦੇ ਦੁਨੀਆ ਦਾ ਸਭ ਤੋਂ ਵੱਡਾ ਫੈਸਟੀਵਲ ਹੋਣਾ ਸੀ ਇਹ, ਦੁਨੀਆ ਦਾ ਸਭ ਤੋਂ ਵੱਡਾ ਤਿਉਹਾਰ ਹੋਣਾ ਸੀ। ਇਹਦੋਂ ਉੱਪਰ ਕੋਈ ਚੀਜ਼ ਨਹੀਂ ਸੀ ਹੋਣੀ। ਫਿਰ ਹੁਣ ਉਹ ਕਹਿੰਦਾ ਰੋਜ਼ ਨਿਕਲਦੇ ਆ ਤਾਰੇ, ਅਸੀਂ ਭਾਵ ਇਹਨਾਂ ਨੂੰ ਜ਼ਿਆਦਾ ਦਿੰਦੇ ਨਹੀਂ ਇਹਨਾਂ ਦੀ ਖੂਬਸੂਰਤੀ। ਜੇ ਤਾਂ ਸਾਲ ਵਿੱਚ ਇੱਕ ਅੱਧੀ ਵਾਰ ਨਿਕਲਦੇ ਨਾ 365 ਦਿਨਾਂ ਵਿੱਚ ਇੱਕ ਵਾਰ, ਉਦੋਂ ਫਿਰ ਇਹ ਵੱਡਾ ਤਿਉਹਾਰ ਬਣਨਾ ਸੀ। ਪਰ ਅੱਜ ਉਹਨੇ ਮਾਲਕ ਦੇ ਚਰਜ ਕੌਤਕ ਆ, ਉਹਦੇ ਵੱਲ ਬਾਹਲਾ ਸਾਡਾ ਧਿਆਨ ਨਹੀਂ ਜਾਂਦਾ। ਉਹਦਾ ਕਾਰਨ ਕੀ ਆ? ਉਹੀ ਕਾਰਨ ਉਹਦਾ ਹਉਮੈ ਹੀ ਆ, ਬਸ ਹੋਰ ਨਹੀਂ ਕੁਝ। ਅਖੀਰਲੀ ਪੰਕਤੀ ਹੁਕਮਨਾਮਾ ਸਾਹਿਬ ਦੀ, ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਪੂਰਨ ਪੈਜ ਰਖਾਈ। ਵਾਰ-ਵਾਰ ਵਾਹਿਗੁਰੂ ਜੀ ਰੋਜ਼ ਹੀ ਆਪਾਂ ਇੱਕ ਗੱਲ ਕਹਿੰਦੇ ਆ। ਰੋਜ਼ ਕਿਉਂ ਕਹਿਣੀ ਪੈਂਦੀ ਹੈ? ਕਿਉਂਕਿ ਅਸੀਂ ਉਹ ਕਰਦੇ ਨਹੀਂ ਹੈਗੇ। ਹਰ ਸਿਮਰ ਸਿਮਰ, ਉਹਨੂੰ ਚੇਤੇ ਕਰ, ਚੇਤੇ ਕਰ, ਆਪਦੇ ਮਾਲਕ ਨੂੰ ਚੇਤੇ ਕਰ, ਆਪਦੇ ਵਾਹਿਗੁਰੂ ਨੂੰ ਚੇਤੇ ਕਰ। ਉਹ ਤੇਰਾ ਹੀ ਆ, ਬੇਗਾਨਾ ਨਹੀਂ ਕੋਈ, ਤੂੰ ਉਹਨੂੰ ਬੇਗਾਨਾ ਨਾ ਸਮਝ। ਪ੍ਰਭ ਪੂਰਨ ਪੈਜ ਰਖਾਈ, ਜਿਹਨੇ ਤੇਰੀ ਪੈਜ ਰੱਖਣੀ ਆ, ਜਿਹਨੇ ਤੇਰੀ ਲਾਜ ਰੱਖਣੀ, ਉਹਨੂੰ ਚੇਤੇ ਕਰ। ਰੋਜ਼ਾਨਾ ਜਿਹੜੀ ਸਾਖੀ ਸੁਣਦੇ ਹੋ ਉਹ ਹੁਣ ਆਪ ਜੀ ਸਰਵਣ ਕਰੋ। ਪਿੱਛੇ ਆਪ ਜੀ ਨੇ ਸਰਵਣ ਕੀਤਾ, ਗੁਰੂ ਨਾਨਕ ਸਾਹਿਬ ਜੀ ਨੇ ਸੱਜਣ ਠੱਗ ਨੂੰ ਤਾਰਿਆ। ਰਸਤੇ ਵਿੱਚ ਮਹਾਰਾਜ ਜਦੋਂ ਆ ਰਹੇ ਆ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਨੇ, ਭਾਈ ਬਾਲਾ ਜੀ। ਉਸ ਵਕਤ ਫਿਰ ਕਹਿਣ ਲੱਗੇ ਭਾਈ ਮਰਦਾਨਾ ਜੀ, ਅੱਗੇ ਬਾਬਾ ਕਿੱਥੇ ਜਾਣਾ ਹੈ? ਕਹਿੰਦੇ ਅੱਗੇ ਇੱਕ ਪੀਰ ਆਵੇਗਾ, ਉਹਨੂੰ ਆਪਾਂ ਸਵਾਰਨਾ। ਕਹਿਣ ਲੱਗੇ ਗੁਰੂ ਜੀ ਕੀ ਇਹ ਉਹਦੇ ਵਾਂਗੂ ਹੀ ਖਤਰਨਾਕ ਆ, ਸੱਜਣ ਠੱਗ ਦੇ ਵਾਂਗ ਖਤਰਨਾਕ ਬੰਦਾ ਹੈ ਕਿ ਇਹ ਤਾਂ ਨਹੀਂ ਆਪਣੀ ਜਾਨ ਲਊਗਾ? ਭਾਈ ਮਰਦਾਨਾ ਜੀ ਪੁੱਛਦੇ ਆ। ਗੁਰੂ ਸਾਹਿਬ ਜੀ ਕਹਿੰਦੇ ਹੋਣ ਹਾਰ ਸੋ ਹੋਈ ਹੈ, ਜੋ ਹੋਣਾ ਹੋ ਕੇ ਰਹਿਣਾ। ਜਾ ਕੇ ਐਸੇ ਸੋਹਣਿਆਂ ਦੇ ਸੁਲਤਾਨ ਜੀ ਇੱਕ ਟਿੱਬੇ ਤੇ ਬਹਿ ਜਾਂਦੇ ਆ। ਗੁਰੂ ਨਾਨਕ ਸਾਹਿਬ ਜੀ ਧਿਆਨ ਨਾਲ ਸੁਣਨਾ, ਭਾਈ ਵੀਰ ਸਿੰਘ ਜੀ ਬਹੁਤ ਸੋਹਣਾ ਲਿਖਦੇ ਆ। ਉਹਨਾਂ ਜੈਸਾ ਕਵੀ ਨਹੀਂ ਹੋਣਾ ਕੋਈ, ਮਸਕੀਨ ਸਾਹਿਬ ਜੀ ਵਰਗਾ ਕੋਈ ਗਿਆਨੀ ਸੰਤ ਕਥਾ ਵਾਚਕ ਨਹੀਂ ਹੋਣਾ, ਭਾਈ ਵੀਰ ਸਿੰਘ ਜੀ ਵਰਗਾ ਕੋਈ ਲੇਖਕ ਨਹੀਂ ਹੋਣਾ, ਭਾਈ ਨੰਦ ਲਾਲ ਜੀ ਵਰਗਾ ਕੋਈ ਕਵੀ ਨਹੀਂ ਹੋਣਾ। ਤਾਂ ਭਾਈ ਵੀਰ ਸਿੰਘ ਜੀ ਲਿਖਦੇ ਆ ਕਿ ਉਹ ਜਦੋਂ ਉੱਚੇ ਟਿੱਬੇ ਤੇ ਜਾ ਕੇ ਬੈਠੇ, ਉਹ ਪਿੰਡ ਦੇ ਕਿਸੇ ਸੱਜਣ ਨੇ ਦੇਖ ਲਿਆ ਕਿ ਕੋਈ ਪੀਰ ਫਕੀਰ ਆਇਆ ਹੋਇਆ, ਨਾਲ ਦੋ ਸਾਥੀ ਵੀ ਲਿਆਇਆ। ਮੇਰੇ ਗੁਰੂ ਦੇ ਦੋ ਸਾਥੀ, ਇੱਕ ਸੱਜੇ ਇੱਕ ਖੱਬੇ, ਇੱਕ ਤਾਰ ਪਿਆ ਛੇੜੇ ਚੌਰ ਦੂਜੇ ਹੱਥ ਫੱਬੇ। ਮੇਰੇ ਗੁਰੂ ਦੇ ਦੋ ਸਾਥੀ, ਇੱਕ ਸੱਜੇ ਇੱਕ ਖੱਬੇ। ਤੇ ਜਾ ਕੇ ਪਿੰਡ ਵਿੱਚ ਦੱਸਿਆ ਕਿ ਕੋਈ ਆਇਆ ਹੈ ਤੇ ਉਹ ਕੀਰਤਨ ਕਰ ਰਹੇ ਟਿੱਬੇ ਦੇ। ਹੁਣ ਇੱਥੇ ਰਹਿਣ ਵਾਲਾ ਪਿੰਡ ਦੇ ਵਿੱਚ ਇੱਕ ਫਕੀਰ ਲੱਗਦਾ ਸੀ ਫਕੀਰ ਆ, ਪਰ ਉਹ 'ਚ ਹੰਕਾਰ ਸੀਗਾ। ਆਪ ਉਹ ਰਹਿੰਦਾ ਸੀ ਚੁਬਾਰੇ ਵਿੱਚ, ਕਿਸੇ ਦਾ ਚੁਬਾਰਾ ਬਣਨ ਨਹੀਂ ਸੀ ਦਿੰਦਾ, ਢਾ ਦਿੰਦਾ ਸੀ, ਕਹਿ ਦਿੰਦਾ ਸੀ ਚੁਬਾਰਾ ਬਣੂਗਾ ਤੇ ਮੇਰਾ ਹੀ ਬਣੂਗਾ। ਆਪ ਉੱਚਾ ਹੋ ਗਿਆ, ਲੋਕਾਂ ਨੂੰ ਨੀਵੇਂ ਕੀਤਾ ਆਪਣੇ ਨਾਲ। ਜਦੋਂ ਵੀ ਕੋਈ ਚੁਬਾਰਾ ਬਣਾਉਂਦਾ ਇਹ ਢਵਾ ਦੇਣਾ, ਕਿਉਂਕਿ ਉਦੋਂ ਹਕੂਮਤ ਸੀਗੀ ਮੁਗਲ ਸਾਮਰਾਜ ਦੀ, ਉਦੋਂ ਬਾਬਰ ਦਾ ਰਾਜ ਆ ਗਿਆ ਸੀਗਾ। ਇਹਨਾਂ ਜ਼ਮਾਨਿਆਂ ਵਿੱਚ ਹਮਾਯੂੰ ਦਾ ਰਾਜ ਆ ਗਿਆ ਸੀਗਾ, ਅਕਬਰ ਦਾ ਫਿਰ ਆਇਆ। ਅਕਬਰ ਤੋਂ ਬਾਅਦ ਸਲੀਮ ਬੈਠਾ, ਸਲੀਮ ਦਾ ਨਾਮ ਬਦਲਿਆ, ਜਹਾਂਗੀਰ ਬਣਿਆ। ਜਹਾਂਗੀਰ ਤੋਂ ਬਾਅਦ ਸ਼ਾਹਜਹਾਂ ਬੈਠਾ, ਸ਼ਾਹਜਹਾਂ ਤੋਂ ਬਾਅਦ ਕਤਲ ਕਰਕੇ ਆਪਦੇ ਭਰਾਵਾਂ ਨੂੰ ਕੈਦ 'ਚ ਪਾ ਕੇ ਔਰੰਗਜ਼ੇਬ ਗੱਦੀ 'ਤੇ ਬਹਿੰਦਾ।
ਮੁਗਲ ਸਾਮਰਾਜ ਜ਼ਿਆਦਾ ਰਿਹਾ ਪਹਿਲਾਂ, ਤੇ ਉਹ ਫਿਰ ਖੁਦ ਮੁਸਲਮਾਨ ਸੀਗਾ ਤੇ ਉਹ ਕੁਝ ਕਹਿੰਦੇ ਨਹੀਂ ਸੀ ਇਹਨੂੰ ਰਾਜੇ, ਇਹ ਢਵਾ ਦਿੰਦਾ ਸੀ। ਕਿਸੇ ਦਾ ਚੁਬਾਰਾ ਇਹਨੇ ਬਣਨ ਨਹੀਂ ਸੀ ਦਿੱਤਾ। ਕਿਸੇ ਨੇ ਆ ਕੇ ਕਹਿਤਾ ਕਿ ਇੱਕ ਟਿੱਬੇ ਤੇ ਫਕੀਰ ਆਇਆ, ਉਹ ਕੀਰਤਨ ਕਰਦਾ ਤੇ ਉਹਨੇ ਹੁਣ ਚੁਬਾਰਾ ਪਾਉਣਾ ਇੱਥੇ। ਇਹਨੂੰ ਬਹੁਤ ਬਹੁਤ ਹੰਕਾਰ ਨੂੰ ਚੋਟ ਵੱਜੀ ਵੀ ਲੋਕ ਉਹਨੂੰ ਨਾ ਮੰਨਣ ਲੱਗ ਜਾਣ। ਇਸ ਤਰ੍ਹਾਂ ਫਿਰ ਉੱਠਿਆ ਗੁੱਸੇ ਵਿੱਚ। ਬਾਬਾ ਨਾਨਕ ਜੀ ਜਿੱਥੇ ਬੈਠੇ ਹੋਏ ਸੀਗੇ ਉੱਥੇ ਆਉਂਦਾ ਫਕੀਰ, ਇਹ ਗੁੱਸੇ ਨਾਲ ਬਹੁਤ ਭਰਿਆ ਹੋਇਆ। ਕਹਿਣ ਲੱਗਾ, ਤੁਸੀਂ ਕਿਵੇਂ ਆਉਣਾ ਕੀਤਾ ਇੱਥੇ ਇਸ ਪਿੰਡ ਦੇ ਵਿੱਚ, ਟਿੱਬੇ ਤੇ ਆ ਕੇ ਬੈਠੇ ਹੋ, ਤੁਸੀਂ ਕੋਠਾ ਬਣਾਉਣਾ ਹੈ ਇੱਥੇ? ਸਿੱਧਾ ਉਹਨੇ ਪੁੱਛਿਆ, ਗੁੱਸੇ 'ਚ ਸੀ ਨਾ। ਕਹਿੰਦੇ ਤੁਸੀਂ ਕੋਠਾ ਬਣਾ ਕੇ ਰਹੋਗੇ, ਚੁਬਾਰਾ ਬਣਾ ਕੇ ਰਹੋਗੇ, ਤੁਸੀਂ ਕਿੱਥੋਂ ਆਏ ਹੋ? ਬਾਬੇ ਨੇ ਬਹੁਤ ਸੋਹਣਾ ਜਵਾਬ ਦਿੱਤਾ। ਭਾਈ ਵੀਰ ਸਿੰਘ ਜੀ ਉੱਥੇ ਲਿਖਦੇ, ਕਹਿੰਦੇ ਪਾਉਣ ਦਾ ਕੀ ਆ, ਗੱਲਾਂ ਬਹੁਤ ਡੂੰਘੀਆਂ ਬਣ ਜਾਂਦੀਆਂ। ਕਹਿੰਦੇ ਪਾਉਣ ਦਾ ਕੀ ਆ, ਆਉਂਦੀ ਆ ਚਲੀ ਜਾਂਦੀ ਆ। ਸਾਹਾਂ ਦਾ ਕੀ ਆ, ਸਾਹ ਆਉਂਦੇ ਆ ਚਲੇ ਜਾਂਦੇ ਆ। ਬੰਦਾ ਆਉਂਦਾ ਹੈ ਚਲਿਆ ਜਾਂਦਾ। ਤੁਸੀਂ ਕਿੱਧਰੋਂ ਆਏ ਹੋ ਤੇ ਕਿੱਧਰ ਜਾ ਰਹੇ ਹੋ? ਕਹਿੰਦੇ ਇਨਸਾਨ ਆਉਂਦਾ ਹੈ ਤੇ ਚਲਿਆ ਜਾਂਦਾ। ਅਗਲੀ ਗੱਲ ਕਹਿੰਦੇ ਤੁਸੀਂ ਕੋਠਾ ਬਣਾਉਣਾ ਇੱਥੇ, ਉੱਚੇ ਟਿੱਬੇ ਤੇ ਬੈਠੇ ਹੋ। ਗੁਰੂ ਸਾਹਿਬ ਜੀ ਕਹਿੰਦੇ ਅਸੀਂ ਕੋਠਾ ਬਣਾਵਾਂਗੇ ਪਰ ਸਾਈਂ ਦੇ ਘਰ ਵਿੱਚ, ਅਸੀਂ ਚੁਬਾਰਾ ਬਣਾਵਾਂਗੇ ਪਰ ਸਾਈਂ ਦੇ ਦਰਬਾਰ ਵਿੱਚ ਬਣਾਵਾਂਗੇ, ਇੱਥੇ ਨਹੀਂ ਅਸੀਂ ਬਣਾਉਣਾ। ਫਿਰ ਉਹ ਬਹੁਤ ਖੁਸ਼ ਹੋ ਗਿਆ ਵੀ ਚਲੋ ਕਮ ਸੇ ਕਮ ਇਹ ਚੁਬਾਰਾ ਤਾਂ ਨਹੀਂ ਨਾ ਪਾਉਣਗੇ ਮੇਰੇ ਬਰਾਬਰ। ਉਹਨੂੰ ਤਾਂ ਆਪਦੀ ਫਿਕਰ ਸੀਗੀ। ਫਿਰ ਗੁਰੂ ਸਾਹਿਬ ਜੀ ਕਹਿਣ ਲੱਗੇ, ਪੀਰ ਜੀ ਅਸਲ ਵਿੱਚ ਤੁਸੀਂ ਹਜੇ ਵੀ ਮਿੱਟੀ ਦੇ ਹੋ ਤੇ ਮਿੱਟੀ ਵਿੱਚ ਹੀ ਫਸੇ ਹੋ। ਉੱਥੇ ਮਹਾਰਾਜ ਨੇ ਦੱਸਿਆ ਪੀਰ ਨੂੰ, ਕਹਿਣ ਲੱਗੇ ਤੁਸੀਂ ਆਪ ਵੱਡੇ ਬਣ ਗਏ। ਜਿਹੜੇ ਪੀਰ ਹੁੰਦੇ ਆ, ਫਕੀਰ ਹੁੰਦੇ ਆ, ਉਹ ਆਪ ਛੋਟੇ ਬਣਦੇ ਆ, ਲੋਕਾਂ ਨੂੰ, ਲੋਕਾਂ ਵਿੱਚ ਵਸਣ ਵਾਲੇ ਰੱਬ ਨੂੰ ਵੇਖਣ ਕਰਕੇ ਦੂਜਿਆਂ ਨੂੰ ਉੱਚਾ ਮੰਨਦੇ, ਆਪ ਨੂੰ ਨੀਵਾਂ। ਪਰ ਤੁਸੀਂ ਇਹ ਕਦੇ ਨਹੀਂ ਮੰਨੇ। ਪਿੰਡ 'ਚ ਚੁਬਾਰਾ ਤੁਹਾਡਾ ਸਭ ਤੋਂ ਵੱਡਾ ਬਣਾਇਆ, ਲੋਕਾਂ ਨੂੰ ਤੁਸੀਂ ਕੁਝ ਬਣਾਉਣ ਨਹੀਂ ਦੇ ਰਹੇ, ਆਪ ਉੱਚੇ ਹੋ ਕੇ ਬਹਿ ਗਏ ਹੋ। ਕੀ ਤੁਹਾਨੂੰ ਨਹੀਂ ਪਤਾ ਇੱਕ ਦਿਨ ਤੁਸੀਂ ਇੰਨੇ ਉੱਚੇ ਚੁਬਾਰੇ 'ਚ ਰਹਿ ਰਹੇ ਹੋ, ਜਿੱਦਣ ਤੁਸੀਂ ਮਰ ਜਾਵੋਗੇ ਸਭ ਤੋਂ ਨੀਵਾਂ ਟੋਆ ਪੁੱਟ ਕੇ, ਜ਼ਮੀਨ ਤੋਂ ਵੀ ਨੀਵਾਂ ਤੁਹਾਨੂੰ ਦੱਬ ਦਿੱਤਾ ਜਾਊਗਾ ਉੱਥੇ। ਤੁਹਾਨੂੰ ਇਹ ਗੱਲ ਦਾ ਬੋਧ ਹੈ ਕਿ ਨਹੀਂ? ਤੁਹਾਨੂੰ ਇਸ ਗੱਲ ਦੀ ਸਮਝ ਹੈ ਕਿ ਨਹੀਂ? ਉੱਚੇ ਟਿੱਬੇ ਸ਼ੇਰਾਂ ਮੱਲੇ, ਥਲ ਮੱਲੇ ਮੁਰਗਾਈਆਂ, ਚਾਰੇ ਨੁਕਰਾਂ ਮੌਤ ਨੇ ਮੱਲੀਆਂ, ਫਜ਼ਲ ਕਰੀ ਰੱਬ ਸਾਈਆਂ। ਕੀ ਤੈਨੂੰ ਪਤਾ ਨਹੀਂ ਇਸ ਗੱਲ ਦਾ? ਫਕੀਰ ਨੂੰ ਆਖਿਆ ਕਿ ਤੈਨੂੰ ਅੱਜ ਤੂੰ ਚੁਬਾਰੇ 'ਚ ਰਹਿ ਰਿਹਾ, ਇੰਨਾ ਪਿਆਰ ਆ ਤੇਰਾ ਮਿੱਟੀ ਨਾਲ, ਇਹ ਚੂਨੇ ਨਾਲ, ਇੱਟਾਂ ਨਾਲ, ਤੈਨੂੰ ਕੱਲ੍ਹ ਨੂੰ ਦੱਬ ਦਿੱਤਾ ਜਾਣਾ ਤੇ ਜ਼ਮੀਨ ਤੋਂ ਵੀ ਥੱਲੇ ਕਬਰ ਹੁੰਦੀ ਹੈ। ਜ਼ਮੀਨ ਤਾਂ ਆਪਾਂ ਤੁਰਦੇ ਹਾਂ ਉਦੋਂ ਵੀ ਨੀਵਾਂ ਟੋਆ ਪੁੱਟਦੇ ਆ, ਫਿਰ ਉਹ ਸਾਰਾ ਕੁਝ ਕਰਕੇ ਉਹ 'ਚ ਦੱਬ ਦਿੰਦੇ ਆ। ਫਿਰ ਕਹਿੰਦੇ ਫਿਰ ਤੇਰਾ ਕੀ ਹੋਵੇਗਾ? ਫਕੀਰ ਨੂੰ ਹੋਰ ਗੱਲਾਂ ਕਹੀਆਂ ਕਿ ਜਿਹੜੇ ਇਹ ਰੱਬ ਦੇ ਪਿਆਰੇ ਹੁੰਦੇ ਆ, ਉਹ ਦੂਜਿਆਂ ਨੂੰ ਸੁੱਖ ਦਿੰਦੇ ਹੁੰਦੇ ਆ। ਆਮ ਬੰਦਾ ਕੋਈ ਘਰ ਵਿੱਚ ਆ, ਉਹਦੇ ਹੋਣ ਕਰਕੇ ਸਾਨੂੰ ਸੁੱਖ ਨਹੀਂ ਮਿਲ ਰਿਹਾ, ਚਲੋ ਆਪਾਂ ਕਹਿੰਦੇ ਆਮ ਬੰਦਾ ਹੈ, ਉਹਨੂੰ ਮਾਫ ਗੁਰੂ ਸਾਹਿਬ ਜੀ ਕਹਿੰਦੇ ਕੀਤਾ ਜਾ ਸਕਦਾ। ਚਲੋ ਵੀ ਇਹਨੂੰ ਸਮਝ ਨਹੀਂ, ਤਾਂ ਦੁਨਿਆਵੀ ਬੰਦਾ। ਸਾਧੂ ਸੰਤ ਕਹਾਉਂਦੇ ਹੋ, ਪੀਰ ਕਹਾਉਂਦੇ ਹੋ, ਪਰ ਤੁਹਾਡੇ ਕਰਕੇ ਤੁਹਾਡਾ ਪਿੰਡ ਦੁਖੀ ਆ, ਡਰ ਰਿਹਾ ਤੁਹਾਡੇ ਤੋਂ। ਤਪ ਵੀ ਤੁਸੀਂ ਕਰਦੇ ਹੋ ਡਰਾਉਣ ਲਈ ਲੋਕਾਂ ਨੂੰ ਕਿ ਮੈਂ ਸ਼ਰਾਬ ਦੇ ਦੂੰਗਾ, ਮੈਂ ਇਹ ਕਰ ਦੂੰਗਾ। ਇਹੋ ਜਿਹੇ ਬੰਦੇ ਵੀ ਹੋਏ ਆ। ਕਹਿੰਦੇ ਬੰਦਗੀ ਕਰਨੀ ਕਿਸੇ ਨੂੰ ਡਰਾਉਣਾ ਥੋੜ੍ਹੀ ਹੁੰਦਾ। ਇਹ ਭਜਨ ਸਿਮਰਨ ਕਰਨਾ, ਕਈ ਵਾਰ ਅਸੀਂ ਗੁਟਕਾ ਸਾਹਿਬ ਘਰ ਵਿੱਚ ਫੜਦੇ ਹਾਂ, ਕਈ ਵਾਰ ਘਰ ਵਿੱਚ ਕੋਈ ਸਾਨੂੰ ਕਹਿ ਦਿੰਦਾ ਕੁਝ, ਅਸੀਂ ਉਦੋਂ ਲੜਨ ਲੱਗ ਜਾਂਦੇ ਉਹਦੇ ਨਾਲ ਵੀ ਤੂੰ ਬਹੁਤ ਉੱਚੀ ਬੋਲ ਰਿਹਾ, ਮੈਂ ਬਾਣੀ ਪੜ੍ਹ ਰਿਹਾ। ਕਈ ਵਾਰੀ ਘਰਾਂ ਵਿੱਚ ਬੱਚੇ ਹੁੰਦੇ ਆ, ਨਿਆਣੇ ਹੁੰਦੇ ਆ, ਤਾਂ ਇਹ ਚੀਜ਼ਾਂ ਫਿਰ ਉਹਦੇ ਨਾਲ ਕੋਈ ਮੇਲ ਨਹੀਂ ਹੈਗਾ। ਅਸਲੀ ਬੰਦਗੀ ਨਾਲ, ਨਕਲੀ ਬੰਦਗੀ ਨਾਲ ਹੋ ਸਕਦਾ। ਤਾਂ ਪੀਰ ਵੀ ਇੱਦਾਂ ਹੀ ਕਰਦਾ ਸੀ। ਉਹ ਬੰਦਗੀ ਉਹਨੇ ਕੀਤੀ ਸੀਗੀ ਪਰ ਉਹ ਦਿਖਾਵੇ ਲਈ ਕਰਦਾ ਸੀ। ਗੁਰੂ ਬਾਬਾ ਨਾਨਕ ਜੀ ਨੇ ਫਿਰ ਉਹਨੂੰ ਸਮਝਾਇਆ ਕਿ ਜਿਹੜੇ ਪੀਰ ਹੁੰਦੇ ਆ ਉਹਨਾਂ ਕਰਕੇ ਤਾਂ ਲੋਕਾਂ ਨੂੰ ਬਹੁਤ ਸੁੱਖ ਮਿਲਣਾ ਚਾਹੀਦਾ ਹੁੰਦਾ। ਤੇਰੇ ਕਰਕੇ ਦੁੱਖ ਮਿਲ ਰਿਹਾ, ਲੋਕ ਕਿੰਨੇ ਦੁਖੀ ਆ ਤੇਰੇ ਕਰਕੇ। ਕੋਈ ਚੁਬਾਰਾ ਤੂੰ ਕਿਸੇ ਨੂੰ ਬਣਾਉਣ ਹੀ ਨਹੀਂ ਦਿੰਦਾ। ਉਹ ਘਰ ਹੀ ਨਹੀਂ ਸੀ ਬਣਾਉਣ ਦਿੰਦਾ ਕਿਸੇ ਨੂੰ। ਦੇਖੋ ਉਹਦਾ ਹੰਕਾਰ। ਉਹ ਕਹਿੰਦਾ ਸੀ ਮੇਰਾ ਹੀ ਚੁਬਾਰਾ ਰਵੇ, ਮੈਂ ਕਿਸੇ ਨੂੰ ਬਰਾਬਰ ਬਣਾਉਣ ਨਹੀਂ ਦੇਣਾ। ਜੇ ਕੋਈ ਬਣਾਉਂਦਾ ਸੀ ਢਾਹ ਦਿੰਦਾ ਸੀ। ਸਰਕਾਰ ਦੇ ਨਾਲ ਉਹਦੀ ਬਣਦੀ ਸੀ ਉਸ ਵਕਤ। ਮੁਗਲ ਸਾਮਰਾਜ ਸੀਗਾ ਨਾ, ਬਾਬਰ ਦਾ ਰਾਜ ਸੀ, ਹੁਮਾਯੂੰ ਦਾ ਰਾਜ ਰਿਹਾ। ਇਸ ਕਰਕੇ ਗੁਰੂ ਪਿਆਰਿਓ, ਫਿਰ ਬਾਬਾ ਨਾਨਕ ਜੀ ਨੇ ਜਦੋਂ ਸਿੱਖਿਆ ਦਿੱਤੀ ਆ, ਉਹਨੂੰ ਮੌਤ ਬਾਰੇ ਚਾਨਣ ਕਰਵਾਇਆ ਕਿ ਆਪਾਂ
4 ਦਿਨਾਂ ਦੇ ਪ੍ਰਾਹੁਣੇ ਆ, ਇੱਥੇ ਇਕੱਠੇ ਹੋਏ ਆ। ਕਬੀਰ, ਇਹਨੂੰ ਧਿਆਨ ਨਾਲ ਸੁਣਿਓ, ਕਬੀਰ ਮਾਟੀ ਕੇ ਹਮ ਪੁਤਲੇ, ਅਸੀਂ ਮਿੱਟੀ ਦੇ ਪੁਤਲੇ ਹਾਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਾਨਸ ਰਾਖਿਓ ਨਾਮ, ਮਨੁੱਖ ਸਾਡਾ ਨਾਮ ਆ। ਇਹ ਵੀ ਕਿਸੇ ਨੇ ਦੇਤਾ, ਵੈਸੇ ਮਨੁੱਖ ਵੀ ਇੱਕ ਖੋਜ ਸੀਗੀ, ਅਸੀਂ ਕੁਝ ਵੀ ਨਹੀਂ ਹੈਗੇ, ਮਨੁੱਖ ਵੀ ਨਾਮ ਆ। ਅਤੇ ਮਨੁੱਖ ਸਾਡਾ ਸਾਰਿਆਂ ਨੂੰ ਆਪਾਂ ਕਹਿੰਦੇ ਹਿਊਮਨ ਬੀਇੰਗ, ਅਤੇ ਉਸ ਤੋਂ ਬਾਅਦ ਸਾਡਾ ਨਾਮ ਵੱਖ ਵੱਖ ਤਰ੍ਹਾਂ ਰੱਖਤਾ। ਹੁਣ ਉਹ ਨਾਮ ਨਾ ਅਸੀਂ ਜਾਣਨ ਲੱਗ ਗਏ। ਪਰ 4 ਦਿਵਸ ਕੇ ਪ੍ਰਾਹੁਣੇ, ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਮ, 4 ਦਿਵਸ ਕੇ ਪ੍ਰਾਹੁਣੇ, 4 ਦਿਨਾਂ ਦੇ ਅਸੀਂ ਪ੍ਰਾਹੁਣੇ ਹਾਂ। ਬਾਹਲੇ ਲੰਮੇ ਨਹੀਂ ਹੈਗੇ। ਵੱਡ ਵੱਡ ਰੂਧੇ ਠਾਓ, ਵੱਡ ਵੱਡ ਰੂਧੇ ਠਾਓ ਦਾ ਭਾਵ ਆ ਵੀ ਮੈਂ ਹੈਗਾ ਕੁਝ ਨਹੀਂ ਹੈਗਾ, ਪਰ ਮੈਂ ਬਹੁਤ ਵੱਡਾ ਬਣ ਕੇ ਦਿਖਾ ਰਿਹਾ ਵੀ ਮੈਂ ਕੁਝ ਹੈਗਾ ਅਤੇ ਮੈਂ ਬਹੁਤ ਥਾਵਾਂ ਮੱਲ ਰਿਹਾ। ਕਬੀਰ ਸਾਹਿਬ ਦੀ ਇਹ ਬਾਣੀ ਹੈ। ਜਦੋਂ ਬਾਬਾ ਨੇ, ਗੁਰੂ ਨਾਨਕ ਜੀ ਨੇ ਉੱਥੇ ਪੀਰ ਨੂੰ ਦੱਸਿਆ ਵੀ ਤੇਰੇ ਵਿੱਚ ਇੰਨਾ ਹੰਕਾਰ ਆ, ਸ਼ਤਰੰਜ ਦੀ ਖੇਡ ਜਦੋਂ ਖੇਡੀ ਜਾਂਦੀ ਆ ਉਹਦੇ ਵਿੱਚ ਪਿਆਦੇ ਹੁੰਦੇ ਆ, ਉਹਦੇ ਵਿੱਚ ਰਾਜਾ ਹੁੰਦਾ। ਜੇ ਤੁਸੀਂ ਚੈਸ ਦੇਖੀ ਹੋਵੇ, ਸ਼ਤਰੰਜ ਦੇਖੀ ਹੋਵੇ, ਉਹ 'ਚ ਕੁਝ ਪਿਆਦੇ ਹੁੰਦੇ ਆ, ਕੁਝ ਰਾਣੀਆਂ ਹੁੰਦੀਆਂ ਨੇ, ਕੁਝ ਛੋਟੇ ਲੋਕ ਹੁੰਦੇ ਨੇ, ਕੁਝ ਰਾਜੇ ਹੁੰਦੇ ਨੇ। ਇਸ ਤਰ੍ਹਾਂ ਦੀ ਉਹ ਗੇਮ। ਪਰ ਜਦੋਂ ਗੇਮ ਬੰਦ ਹੁੰਦੀ ਆ, ਖੇਡ ਖਤਮ ਹੁੰਦੀ ਆ, ਉਦੋਂ ਇੱਕੋ ਹੀ ਡੱਬੇ 'ਚ ਪਾ ਕੇ ਰੱਖ ਦਿੱਤੇ ਜਾਂਦੇ ਆ ਜਿੰਨੇ ਮੋਹਰੇ ਆ, ਚਾਹੇ ਰਾਜਾ ਵਾ, ਚਾਹੇ ਰਾਣੀ ਆ, ਚਾਹੇ ਸਿਪਾਹੀ ਆ, ਚਾਹੇ ਪਿਆਦਾ। ਖੇਡ ਖੇਡਣ ਤੱਕ ਹੀ ਉਹ ਕੋਈ ਰਾਜਾ ਰਾਣੀ ਆ, ਪਿਆਦਾ ਹੈ। ਜਦੋਂ ਖੇਡ ਬੰਦ ਹੋ ਗਈ, ਇੱਕੋ ਹੀ ਡੱਬੇ 'ਚੋਂ ਬੰਦ ਆ। ਕਹਿਣ ਦਾ ਭਾਵ ਇਹ ਸੀ ਗੁਰੂ ਨਾਨਕ ਸਾਹਿਬ ਜੀ ਦੇ, ਜਦੋਂ ਤੱਕ ਸਾਹ ਵਾ ਉਦੋਂ ਮੈਨੂੰ ਲੱਗਦਾ ਮੈਂ ਰਾਜਾ ਵਾਂ, ਜਦੋਂ ਹੀ ਸਾਹ ਖਤਮ ਹੋ ਗਏ ਉਦੋਂ ਹੀ ਤੁਹਾਨੂੰ ਉਸੇ ਹੀ ਰਾਹ ਟੋਰਿਆ ਜਾਣਾ ਜਿੱਥੇ ਬਾਣ ਦੀ ਮੰਜੀ 'ਤੇ ਸੌਣ ਵਾਲੇ ਨੂੰ ਪੀਰ ਜੀ, ਉਹੀ ਕਬਰ ਵਿੱਚ ਉਹ ਦੱਬਿਆ ਜਾਊਗਾ, ਉਹੀ ਮਿੱਟੀ 'ਚ ਉੱਥੇ ਤੁਸੀਂ ਦੱਬੇ ਜਾਓਗੇ। ਪੀਰ ਫਿਰ ਕਹਿਣ ਲੱਗਾ ਗੁਰੂ ਸਾਹਿਬ ਨੂੰ, ਤੁਸੀਂ ਕੁਝ ਦਿਨ ਹੋਰ ਰਹੋ ਇੱਥੇ। ਗੁਰੂ ਸਾਹਿਬ ਜੀ ਨੇ ਉਦੋਂ ਉਹਨਾਂ ਦੀ ਗੱਲ ਮੰਨੀ ਆ ਉੱਥੇ, ਅਤੇ ਉਹ ਪੀਰ ਫਿਰ ਸੰਗਤ ਕਰਨ ਆਉਂਦਾ ਸੀਗਾ ਗੁਰੂ ਸਾਹਿਬ ਦੀ, ਅਤੇ ਉਹ ਬਦਲ ਗਿਆ ਬਾਅਦ ਵਿੱਚ, ਹੌਲੀ ਹੌਲੀ ਉਹਦਾ ਸੁਭਾਅ ਬਦਲ ਗਿਆ। ਤਾਂ ਤੁਸੀਂ ਵੀ ਇਹ ਚੀਜ਼ ਯਾਦ ਰੱਖੋ, ਉੱਚੇ ਟਿੱਬੇ ਸ਼ੇਰਾਂ ਮੱਲੇ, ਥਲ ਮੱਲੇ ਮੁਰਗਾਈਆਂ, 4 ਨੁੱਕਰਾਂ ਮੌਤ ਨੇ ਮੱਲੀਆਂ, ਫਜ਼ਲ ਕਰੀ ਰੱਬ ਸਾਈਆਂ। ਫਜ਼ਲ ਕਹਿੰਦੇ ਆਪਦੀ ਕਿਰਪਾ ਨੂੰ, ਮਿਹਰ ਨੂੰ। ਗੁਰੂ ਸਾਹਿਬ ਤੂੰ ਮਿਹਰ ਕਰੀ ਮੇਰੇ 'ਤੇ। ਕੁਝ ਬੰਦੇ ਬਹੁਤ ਵੱਡੇ ਬਣ ਕੇ ਥਾਵਾਂ ਮੱਲ ਲੈਂਦੇ ਆ। ਕਬੀਰ ਸਾਹਿਬ ਜੀ ਕਹਿੰਦੇ ਉਹ ਅਗਿਆਨਤਾ 'ਚ, ਛੋਟਾ ਜਿਹਾ ਇੱਕ ਟੁਕੜਾ ਜ਼ਮੀਨ ਦਾ ਟੁਕੜਾ ਛੱਡੋ, ਇੱਕ ਵੱਟ ਆ ਛੋਟੀ ਜਿਹੀ, ਬੰਦਾ ਉਹਦੇ ਪਿੱਛੇ ਬੰਦੇ ਨੂੰ ਮਾਰ ਦਿੰਦਾ। ਉਹਦਾ ਕਾਰਨ ਕੀ ਆ? ਉਹਦੀ ਹਉਮੈ ਆ। ਹੁਣ ਸਮਝ ਨਹੀਂ ਹੈਗੀ ਕਿ ਮੈਂ ਇੱਥੇ 4 ਦਿਨਾਂ ਲਈ ਇਕੱਠਾ ਹੋਇਆ, ਇੱਥੇ 4 ਦਿਨਾਂ ਦੀ ਮੇਰੀ ਜ਼ਿੰਦਗੀ ਆ, ਮੈਂ ਇਹ ਸਭ ਕੁਝ ਕੀ ਕਰਨਾ। ਜਿਹੜੀਆਂ ਗਾਂ ਵਾਲੀਆਂ ਪੀੜ੍ਹੀਆਂ ਹੋਣਗੀਆਂ ਉਹ ਆਪੇ ਨਾ ਬਣਾ ਲੈਣਗੀਆਂ, ਸਭ ਕੁਝ ਆਪੇ ਨਾ ਸਿਰਜ ਲੈਣਗੀਆਂ। ਜੇ ਉਹਨਾਂ ਨੂੰ ਲੋੜ ਹੋਊਗੀ ਉਹ ਆਪੇ ਆਪ ਸਿਰਜਣਗੇ। ਜਿਹੜੇ ਬੱਚਿਆਂ ਨੂੰ ਬਹੁਤਾ ਕੁਝ ਬਣਿਆ ਬਣਾਇਆ ਮਿਲ ਜਾਂਦਾ, ਮੋਸਟਲੀ ਇਹ ਦੇਖਿਆ ਗਿਆ ਜ਼ਿਆਦਾ ਕਰਕੇ ਉਹ ਕੁਝ ਜ਼ਿਆਦਾ ਸਿਰਜਦੇ ਨਹੀਂ ਹੈਗੇ। ਜਿਹੜੇ ਬੱਚਿਆਂ ਨੂੰ ਆਪਾਂ ਕੁਝ ਨਹੀਂ ਦਿੰਦੇ ਹੈਗੇ, ਇਹ ਦੇਖਿਆ ਗਿਆ ਕਿ ਉਹ ਆਪਣਾ ਆਪ ਬਣਾ ਲੈਂਦੇ ਆ। 90% ਇਹ ਗੱਲਾਂ ਹਰ ਬੰਦੇ 'ਤੇ ਲਾਗੂ ਨਹੀਂ। ਕੁਝ ਬੱਚੇ ਬਹੁਤ ਲਾਇਕ ਹੁੰਦੇ ਆ, ਉਹ ਠੀਕ ਕਰ ਦਿੰਦੇ ਸਭ ਕੁਝ। ਤਾਂ ਇਹ ਚੀਜ਼ਾਂ ਸਾਰੀਆਂ ਨੇ, ਇਹਦੀ ਚਿੰਤਾ ਸਾਨੂੰ ਛੱਡਣੀ ਪਊਗੀ। ਔਰ ਜਿਵੇਂ ਆਪਾਂ ਕਹਿੰਦੇ ਹਾਂ ਕਿ ਇਹ ਸਾਰੀਆਂ 7-8 ਪੀੜ੍ਹੀਆਂ ਵਾਸਤੇ ਜੋੜ ਜਾਈਏ, ਇਹ ਬੰਦੇ ਦਾ ਇੱਕ ਲਾਲਚ ਨਹੀਂ ਹੈਗਾ, ਇਹ ਲਾਲਚ ਆ। ਇਹ ਬੰਦਾ ਜਦੋਂ ਕਰਦਾ ਤਾਂ ਇਹ ਸਾਰੀਆਂ ਚੀਜ਼ਾਂ ਛੱਡ ਕੇ ਜਦੋਂ ਅਸੀਂ ਕਹਿੰਦੇ ਹਾਂ 4 ਦਿਨਾਂ ਦੀ ਜ਼ਿੰਦਗੀ ਆ, ਜੇ ਮੈਂ ਜਿਨ੍ਹਾਂ ਨਾਲ ਰਹਿੰਦਾ ਵਾਂ ਉਹਨਾਂ ਨੂੰ ਮੈਂ ਸੁੱਖ ਨਹੀਂ ਦੇ ਸਕਦਾ, ਚਲੋ ਇੰਨਾ ਕਰ ਲਾ, ਤੂੰ ਉਹਨਾਂ ਨੂੰ ਦੁੱਖ ਨਾ ਦੇ। ਬਾਣੀ ਸਾਨੂੰ ਇਹ ਕਹਿ ਰਹੀ ਆ, ਜੇ ਤੂੰ ਕਿਸੇ ਬਾਰੇ ਚੰਗਾ ਨਹੀਂ ਸੋਚ ਸਕਦਾ ਨਾ ਤੇ ਮਾੜਾ ਨਾ ਸੋਚ। ਪੰਗਤੀ ਇਉਂ ਆ, ਪਰ ਕਾ ਬੁਰਾ ਨਾ ਰਾਖੋ ਚੀਤ। ਕਿਸੇ ਵੀ ਬੰਦੇ ਬਾਰੇ ਮਾੜਾ ਨਾ ਸੋਚ ਦਿਲ 'ਚ ਕਦੇ ਵੀ। ਜੇ ਤੂੰ ਚਾਹੁੰਦਾ ਤੇਰੀ ਸਿਹਤ ਠੀਕ ਰਵੇ, ਤੁਮ ਕੋ ਦੁੱਖ ਨਹੀਂ ਪਾਈ ਮੀਤ। ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਸਿਹਤ ਠੀਕ ਰਵੇ, ਗੁਰੂ ਬਾਬਾ ਨਾਨਕ ਜੀ ਕਹਿੰਦੇ ਆ ਉਹਦਾ ਇੱਕੋ ਹੀ ਹੱਲ ਆ, ਤੁਸੀਂ ਕਿਸੇ ਬਾਰੇ ਕਦੇ ਮਾੜਾ ਨਾ ਸੋਚੋ। ਜਦੋਂ ਤੁਸੀਂ ਮਾੜਾ ਸੋਚਦੇ ਹੋ ਉਹ ਬੀਜ ਤੁਹਾਡੇ ਅੰਦਰ ਡਿੱਗਦਾ ਜਾ ਕੇ। ਮਾੜਾ ਬੀਜ ਤੁਸੀਂ ਸੋਚਿਆ ਤੁਹਾਡੇ ਅੰਦਰ ਡਿੱਗੂਗਾ, ਮਾੜੀਆਂ ਚੀਜ਼ਾਂ ਅੰਦਰ ਤੁਹਾਡੇ ਫਲੀਭੂਤ ਹੋਣਗੀਆਂ, ਉੱਗਣਗੀਆਂ। ਫਿਰ ਤੁਹਾਨੂੰ ਇੱਕ ਦਿਨ ਪਤਾ ਹੀ ਨਹੀਂ ਲੱਗਣਾ ਇਹ ਏਡੀ ਵੱਡੀ ਇਹਦੀ ਜੜ ਹੋ ਗਈ, ਕੀ ਕੁਝ ਬਣ ਗਿਆ ਅੰਦਰ।
ਇਵੇਂ ਨਿੱਕੀਆਂ ਨਿੱਕੀਆਂ ਚੀਜ਼ਾਂ ਇਕੱਠੀਆਂ ਹੁੰਦੀਆਂ ਰਹਿੰਦੀਆਂ, ਸਾਨੂੰ ਇੱਕ ਦਿਨ ਪਤਾ ਨਹੀਂ ਲੱਗਦਾ ਇਹ ਕੀ ਹੋ ਗਿਆ। ਵਿਕਾਰ ਛੋਟੇ ਛੋਟੇ ਇਕੱਠੇ ਹੁੰਦੇ ਆ। ਪਹਿਲਾਂ ਅਸੀਂ ਇੱਕ ਦਿਨ ਗੁੱਸਾ ਕਰਦੇ ਹਾਂ। ਗੁੱਸਾ ਜਦੋਂ ਆਪਾਂ ਜਨਮ ਲੈਂਦੇ ਹਾਂ ਉਦੋਂ ਗੁੱਸਾ ਥੋੜ੍ਹੀ ਹੁੰਦਾ, ਪਹਿਲਾਂ ਹੌਲੀ ਹੌਲੀ ਗੁੱਸਾ ਕਰਦੇ ਹਾਂ। ਇੰਨਾ ਪੱਕ ਜਾਂਦਾ। ਕਈ ਬੰਦੇ ਉਹਨਾਂ ਦੇ ਮੱਥੇ 'ਤੇ ਤਿਉੜੀਆਂ ਪੱਕ ਗਈਆਂ, ਉਹਨੇ ਇੰਨਾ ਗੁੱਸਾ ਕੀਤਾ। ਕੁਝ ਚੀਜ਼ਾਂ ਇਵੇਂ ਹੋ ਰਹੀਆਂ ਨੇ, ਉਹ ਪੱਕ ਰਹੀਆਂ ਨੇ, ਬਹੁਤ ਕੁਝ ਇਵੇਂ ਹੋ ਰਿਹਾ। ਫੁੱਲ ਕਦੋਂ ਖਿੜ ਜਾਂਦੇ ਆ ਸਾਨੂੰ ਪਤਾ ਹੀ ਨਹੀਂ ਲੱਗਦਾ। ਇਸ ਤਰ੍ਹਾਂ ਅੱਗੇ ਦਰਖਤ ਜੇ ਕਿਵੇਂ ਵੱਧ ਜਾਂਦੇ ਆ ਸਾਨੂੰ ਪਤਾ ਹੀ ਨਹੀਂ ਲੱਗਦਾ। ਬਚਪਨ ਕਿਵੇਂ ਲੰਘ ਗਿਆ ਪਤਾ ਹੀ ਨਹੀਂ ਲੱਗਾ। ਜਵਾਨ ਵੀ ਹੋ ਗਏ, ਜਵਾਨੀ ਵੀ ਲੰਘ ਗਈ, ਬਜ਼ੁਰਗ ਵੀ ਹੋ ਗਏ। ਕੁਝ ਚੀਜ਼ਾਂ ਬਹੁਤ ਛੇਤੀ ਲੰਘ ਰਹੀਆਂ ਨੇ। ਤਾਂ ਤੁਸੀਂ ਇਹ ਚੀਜ਼ ਨੂੰ ਮੰਨੋ, ਉਹ ਚੀਜ਼ ਵੀ ਆਈ ਜਾਣੀ ਆ, ਜਿਹਨੂੰ ਮੌਤ ਕਹਿੰਦੇ ਆ। ਉਹ ਵੀ ਬਹੁਤੀ ਲੰਮੀ ਕਹਾਣੀ ਨਹੀਂ, ਪਰ ਤੁਸੀਂ ਇਹ ਚੀਜ਼ ਜਦੋਂ ਰੱਖਦੇ ਹੋ ਦਿਲ 'ਚ ਫਿਰ ਤੁਹਾਨੂੰ ਹੰਕਾਰ ਨਹੀਂ ਕਰਨ ਦਿੰਦੇ। ਗੁਰੂ ਸਾਹਿਬ ਜੀ ਤਾਂ ਪਹਿਲਾਂ ਹੀ ਕਹਿੰਦੇ ਨੇ ਕਿ ਪਹਿਲਾਂ ਮਰਨ ਕਬੂਲ। ਬਸ ਇੱਥੋਂ ਹੀ ਸਿੱਖੀ ਸ਼ੁਰੂ ਹੁੰਦੀ ਹੈ ਵੀ ਜੇ ਤਾਂ ਤੂੰ ਮੌਤ ਯਾਦ ਰੱਖਣੀ ਆ ਫਿਰ ਤਾਂ ਤੂੰ ਆ ਜਾ ਮੇਰੇ ਕੋਲ। ਨਹੀਂ ਤੂੰ ਹੋ ਸਕਦਾ, ਨਹੀਂ ਤੂੰ ਕੋਲ ਆ ਕੇ ਬਹਿ ਜਾਏਗਾ, ਪਰ ਤੂੰ ਮੇਰੇ ਦਰ 'ਤੇ ਕਬੂਲ ਨਹੀਂ ਹੋ ਸਕਦਾ। ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਦੇ ਹਨ। ਗੁਰੂ ਪਿਆਰਿਓ, ਭੁੱਲ ਚੁੱਕ ਦੀ ਖਿਮਾ। ਸੋ ਅੱਗੇ ਗੁਰੂ ਬਾਬਾ ਨਾਨਕ ਜੀ ਉਦਾਸੀਆਂ ਵਿੱਚ ਕਿੱਥੇ ਕਿੱਥੇ ਗਏ ਸਨ, ਕੀ ਵਾਪਰਿਆ, ਪੀਰ ਨੂੰ ਸਵਾਰ ਕੇ ਅੱਗੇ ਹੋਰ ਨਗਰਾਂ ਵਿੱਚ ਕਿਵੇਂ ਗਏ, ਅੱਗੇ ਆਪ ਜੀ ਸਰਵਣ ਕਰੋਗੇ। ਜਿਵੇਂ ਗੁਰੂ ਬੁਲਾਵੇਗਾ ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਸਾਂਝ ਪਾਈ ਜਾਵੇਗੀ। ਆਓ ਹੁਣ ਆਪਾਂ ਵਾਹਿਗੁਰੂ ਦਾ ਨਾਮ ਜਪੀਏ। ਇਹ ਸਮਝੀਏ ਪਹਿਲਾਂ ਦਿਲ 'ਚ, ਮੈਂ 4 ਦਿਨਾਂ ਦਾ ਪ੍ਰਾਹੁਣਾ ਹਾਂ, ਬਹੁਤ ਛੋਟੀ ਜ਼ਿੰਦਗੀ ਆ। ਮੈਂ ਜੇ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ ਮੈਂ ਦੁੱਖ ਨਹੀਂ ਦੇਵਾਂਗਾ। ਮੈਂ ਜੇ ਕਿਸੇ ਬਾਰੇ ਅੱਜ ਤੋਂ ਬਾਅਦ ਜੇ ਮੈਂ ਚੰਗਾ ਕਿਸੇ ਬਾਰੇ ਸੋਚ ਨਹੀਂ ਸਕਦਾ ਮੈਂ ਮਾੜਾ ਵੀ ਨਹੀਂ ਸੋਚੂੰਗਾ। ਇਸ ਤਰ੍ਹਾਂ ਦੀ ਜ਼ਿੰਦਗੀ ਬਣਾਈਏ। ਫਿਰ ਵਾਹਿਗੁਰੂ ਗਿਆ ਦੱਸੂਗਾ ਮੈਂ ਕਿਹਾ ਹੈ। ਆਓ ਆਪਾਂ ਇਹ ਰਾਹ 'ਤੇ ਤੁਰੀਏ ਜੋ ਸਾਈਂ ਜੀ ਨੇ ਦੱਸਿਆ ਹੈ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਕਹਿ ਅਰਦਾਸ।